एक औरत बच्चा जन सकती है, एक मर्द पैदा कर सकती है ना, तो पहाड़ की चढ़ाई तो फिर आसान जी गल आ। कित्थों तक तुसीं सर कीता, कित्थों तक पहुंचे? मैं 8000 फुट तो हुंदी होई, अच्छा फिर 10,000, 12,000, अच्छा 13,000, फिर 14,000, फिर 14,600 तक। फिलहाल इत्थे तक दा टीचा कायम कीता है। तो अगर गुरु रविदास महाराज की कृपा रही तो फिर जिद्दां रशिया दे, साउथ अफ्रीका दे पहाड़, पाकिस्तान दे पहाड़, इन्हां नूं भी फतेह करन दे लई बिताविया। सो ਅਸੀਂ ਤਾਂ ਮਿਡਲ ਕਲਾਸ ਫੈਮਿਲੀ ਚੋਂ ਆ। ਸੋ ਬਾਬਾ ਸਾਹਿਬ ਅੰਬੇਡਕਰ ਕਹਿੰਦੇ ਸੀ ਕਿ ਜਿਹੜੀ ਕ੍ਰਾਂਤੀ ਉਹ ਝੁੱਗੀਆਂ ਝੌਂਪੜੀਆਂ ਚੋਂ ਨਿਕਲਦੀ ਹੈ, ਮਹਿਲਾਂ ਚੋਂ ਨਹੀਂ ਨਿਕਲਦੀ। ਮੇਰੇ ਕਰਕੇ ਅਗਰ ਕਹਿ ਦੋ ਬੂਟਾ ਮੰਡੀ ਦਾ ਇੱਕ ਅੱਧਾ ਖਿਡਾਰੀ ਵੀ ਅੱਗੇ ਆਉਂਦਾ ਆ जी, है ना, तो मैं समझूंगी कि मेरा जीवन सफल हो गया। ਤੁਸੀਂ ਦੇਖ ਰਹੇ ਹੋ ਜੀ ਇਸ ਵੇਲੇ ਕਾਂਚੀ ਟੀਵੀ। ਸਵਾਗਤ ਹੈ ਤੁਹਾਡਾ। ਜੈ ਗੁਰਦੇਵ, ਜੈ ਭੀਮ। ਸਾਡੇ ਸਮਾਜ ਦੇ ਵਿੱਚ ਸਾਡੇ ਬੱਚੇ ਕਿਹੜਾ ਕਿਲਾ ਉਹਨਾਂ ਨੇ ਫਤਿਹ ਨਹੀਂ ਕੀਤਾ। ਹਰ ਜਗ੍ਹਾ ਦੇ ਉੱਤੇ, ਹਰ ਕੁਰਸੀ ਦੇ ਉੱਤੇ, ਰਾਜਨੀਤੀ 'ਚ, ਵਿਦੇਸ਼ਾਂ ਦੇ ਵਿੱਚ, ਬਿਜ਼ਨਸ ਦੇ ਵਿੱਚ, ਖੇਡਾਂ ਦੇ ਵਿੱਚ, ਪੜ੍ਹਾਈ ਦੇ ਵਿੱਚ ਸਭ ਤੋਂ ਅੱਗੇ ਨੇ। ਤੇ ਅੱਜ ਇੱਕ ਇਹੋ ਜਿਹੀ ਸ਼ਖਸੀਅਤ ਨੂੰ ਮਿਲਾਉਣ ਜਾ ਰਹੇ ਹਾਂ ਜਿਹਨੇ ਪਹਾੜਾਂ ਨਾਲ ਮੱਥਾ ਲਾਇਆ, ਉਹ ਵੀ ਲੜਕੀ ਹੋਣ ਦੇ ਬਾਵਜੂਦ। ਤੇ ਆਓ ਮਿਲਦੇ ਹਾਂ ਪੰਜਾਬ ਦੇ ਅੰਦਰ, ਜਲੰਧਰ ਸ਼ਹਿਰ ਦੇ ਅੰਦਰ, ਬੂਟਾ ਮੰਡੀ ਦੇ ਅੰਦਰ ਪ੍ਰਿਆ ਅੰਬੇਡਕਰ ਨੂੰ। ਪ੍ਰਿਆ ਜੀ, ਇਹ ਤੁਹਾਨੂੰ ਸ਼ੌਕ ਕਿਵੇਂ ਪਿਆ? ਸ਼ੌਂਕ ਦੇਖੋ, ਜਿੱਦਾਂ ਹੁਣ ਆਪਾਂ ਜਿਹੜੇ ਸਮਾਜ 'ਚ ਰਹਿੰਦੇ ਆ, ਜਦੋਂ ਮੈਂ ਲਿਟਰੇਚਰ ਪੜ੍ਹਨਾ ਸ਼ੁਰੂ ਕੀਤਾ ਸੀ ਮਹਾਪੁਰਸ਼ਾਂ ਦਾ, ਤੇ ਬਹੁਤ ਸਾਰੀਆਂ ਗੱਲਾਂ ਸਾਹਮਣੇ ਆਈਆਂ ਕਿ ਕਿੱਦਾਂ ਸਾਡੇ ਲੋਕਾਂ ਨੂੰ ਨਾ ਪਾਣੀ ਪੀਣ ਦਾ ਹੱਕ ਸੀ, ਨਾ ਐਜੂਕੇਸ਼ਨ ਹਾਸਲ ਕਰਨ ਦਾ ਹੱਕ ਸੀ, ਈਵਨ ਕਿ ਸਾਨੂੰ ਕੱਪੜੇ ਪਾਉਣ ਦਾ ਮਹਿਲਾਵਾਂ ਨੂੰ ਹੱਕ ਨਹੀਂ ਸੀਗਾ। ਅਗਰ ਸੰਤ ਨਾਰਾਇਣ ਜੀ ਦੀ ਤੁਸੀਂ ਜੀਵਨੀ ਪੜ੍ਹਦੇ ਆ ਨਾ, ਸਾਨੂੰ ਕੋਈ ਹੱਕ ਨਹੀਂ ਸੀਗਾ। ਫਿਰ ਜਦੋਂ ਮੈਂ ਇਹ ਦੇਖਿਆ ਕਿ ਭਾਰਤੀ ਸੰਵਿਧਾਨ ਸਾਡੇ ਹੱਕ 'ਚ ਖੜਾ ਆ, ਫਿਰ ਵੀ ਜੇ ਅਸੀਂ ਗੁਲਾਮ ਆ ਤੇ ਫਿਰ ਸਾਡੇ ਤੇ ਫਿਰ ਲੱਖ ਲਾਹਨਤ ਆ, ਹਨਾ। ਸੋ ਇਸੇ ਕਰਕੇ ਮੈਂ ਉਹਨਾਂ ਨੂੰ, ਮਹਾਪੁਰਸ਼ਾਂ ਲਿਟਰੇਚਰ ਨੂੰ ਜਦੋਂ ਖੋਲਿਆ ਤਾਂ ਕਹਿ ਦੋ ਕਿ ਮੇਰਾ ਜੀਵਨ ਹੀ ਇੱਕ ਬਦਲ ਗਿਆ। ਪਤਾ ਹੀ ਨਹੀਂ, ਕੁਦਰਤੀ ਸ਼ੈ। ਮੈਂ ਮੇਰਾ ਸ਼ੁਰੂ ਤੋਂ ਇਹ ਚੀਜ਼ ਨਹੀਂ ਸੀ ਕਿ ਮੈਂ ਇਹ ਚੀਜ਼ ਵੱਲ ਜਾਣਾ ਆ। ਇਹ ਇੱਕ ਕੁਦਰਤੀ ਕਹਿ ਦੋ ਕ੍ਰਿਸ਼ਮਾ ਹੀ ਹੋ ਗਿਆ ਵੀ ਜਿਹੜਾ ਮੈਂ ਉਸ ਰਸਤੇ ਤੇ ਤੁਰ ਪਈ। ਬਾਕੀ ਏਦਾਂ ਹੈ ਕਿ ਸਮਾਜ ਨੂੰ ਸੇਧ ਦੇਣੀ ਸੀ। ਜਿਹੜੀਆਂ ਮੈਂ ਕਿਤਾਬ ਪੜ੍ਹਦੀ ਸੀਗੀ ਦਾ ਸੈਕਿੰਡ ਸੈਕਸ, ਉਹਦੇ ਵਿੱਚ ਦੱਸਿਆ ਸੀਗਾ ਕਿ ਲੇਡੀ ਲਿਖਦੀ ਹੈ ਕਿ ਵੀ ਔਰਤ ਨੂੰ ਸਿਰਫ ਇੱਕ ਬੱਚੇ ਪੈਦਾ ਕਰਨ ਦੇ ਲਈ ਤੇ ਇੱਕ ਸੰਭੋਗ ਕਰਨ ਦੇ ਲਈ ਹੀ ਵਰਤਿਆ ਜਾਂਦਾ ਹੈ ਜੀ। ਪਰ ਫਿਰ ਇਹੀ ਚੀਜ਼ਾਂ ਜਿਹੜੀਆਂ ਉਹ ਚੀਜ਼ ਨੂੰ ਮਟਾਉਣਾ ਸੀ ਵੀ ਨਹੀਂ, ਵੀ ਅਗਰ ਇਹ ਸਭ ਕੁਝ ਕਰ ਸਕਦੀ, ਅਗਰ ਇੱਕ ਔਰਤ ਬੱਚਾ ਜਨ ਸਕਦੀ ਹੈ, ਇੱਕ ਮਰਦ ਪੈਦਾ ਕਰ ਸਕਦੀ ਹੈ ਨਾ, ਤੇ ਪਹਾੜ ਦੀ ਚੜਾਈ ਤਾਂ ਫਿਰ ਆਸਾਨ ਜਿਹੀ ਗੱਲ ਆ। ਬਿਲਕੁਲ ਬਿਲਕੁਲ। ਸੋ ਇਸ ਲਈ ਜਦੋਂ ਮੈਂ ਵਿਦੇਸ਼ਾਂ ਦੇ ਲੋਕਾਂ ਨੂੰ ਦੇਖਿਆ ਵੀ ਉਹ ਲੋਕ ਕਿੰਨੇ ਕੁਦਰਤ ਨਾਲ ਅਟੈਚ ਆ, ਇੰਨੇ ਔਖੇ ਔਖੇ ਕੰਮ ਕਰਦੇ ਆ, ਸਕਾਈ ਡਾਈਵਿੰਗ ਕਰਦੇ ਆ, ਹਨਾ, ਤੇ ਫਿਰ ਮੇਰਾ ਕੁਦਰਤੀ ਇਹ ਚੀਜ਼ ਵੱਲ ਇੰਟਰਸਟ ਪੈਦਾ ਹੋ ਗਿਆ ਤੇ ਇਹਨਾਂ ਚੀਜ਼ਾਂ ਨੇ ਮੈਨੂੰ ਅੱਗੇ ਮੇਰਾ ਮਾਰਗਦਰਸ਼ਨ ਕੀਤਾ, ਮੈਨੂੰ ਪ੍ਰੇਰਿਤ ਕੀਤਾ। ਠੀਕ ਹੈ। ਤੇ ਕਿੱਥੋਂ ਤੱਕ ਤੁਸੀਂ ਸਰ ਕੀਤਾ, ਕਿੱਥੋਂ ਤੱਕ ਪਹੁੰਚੇ? ਮੈਂ 8000 ਫੁੱਟ ਤੋਂ ਹੁੰਦੀ ਹੋਈ। ਅੱਛਾ। ਫਿਰ 10,000, 12,000, 13,000, ਫਿਰ 14,000, ਫਿਰ 14,600 ਤੱਕ। ਫਿਲਹਾਲ ਇੱਥੇ ਤੱਕ ਦਾ ਟੀਚਾ ਕਾਇਮ ਕੀਤਾ ਆ। ਸੋ ਅਗਰ ਗੁਰੂ ਰਵਿਦਾਸ ਮਹਾਰਾਜ ਦੀ ਕਿਰਪਾ ਰਹੀ ਤਾਂ ਫਿਰ ਜਿੱਦਾਂ ਰਸ਼ੀਆ ਦੇ, ਸਾਊਥ ਅਫਰੀਕਾ ਦੇ ਪਹਾੜ, ਪਾਕਿਸਤਾਨ ਦੇ ਪਹਾੜ, ਇਹਨਾਂ ਨੂੰ ਵੀ ਫਤਿਹ ਕਰਨ ਦੇ ਲਈ ਬਿਤਾਵਿਆ। ਇੱਕ ਲੜਕੀ ਹੋਣ ਦੇ ਨਾਤੇ ਮਨ ਦੇ ਵਿੱਚ ਏਦਾਂ ਨਹੀਂ ਆਇਆ ਵੀ ਡਰ ਲੱਗਿਆ ਜਾਂ ਵੀ ਮੈਂ ਲੜਕੀ ਆ, ਮੈਂ ਕਿਵੇਂ ਕਰੂੰਗੀ, ਕੋਈ ਮੁਸ਼ਕਲ ਨਾ ਆਵੇ? ਨਹੀਂ, ਇਹੋ ਜਿਹੀ ਤਾਂ 1% ਵੀ ਨਹੀਂ ਮੈਂ ਸੋਚਿਆ ਸੀ ਕਿ ਵੀ ਮੈਂ ਇੱਕ ਲੜਕੀ ਆ। ਮੈਂ ਕਦੀ ਆਪਣੇ ਨੂੰ ਕੁੜੀਆਂ ਵਾਂਗੂ ਰੱਖਿਆ ਹੀ ਨਹੀਂ। ਅੱਛਾ। ਮੈਂ ਸਦਾ ਹੀ ਆਪਣੇ ਆਪ ਨੂੰ ਜਿੱਦਾਂ ਇੱਕ ਮਰਦਾਂ ਵਾਂਗੂ ਰੱਖਿਆ। ਠੀਕ ਹੈ। ਜਿੱਦਾਂ ਹੁਣ ਬੂਟਾ ਮੰਡੀ ਦੇ ਵਿੱਚੋਂ ਕੋਈ ਕੁੜੀ ਜਿਮ ਨਹੀਂ ਜਾਂਦੀ, ਹਨਾ। ਸੋ ਮੈਂ ਇੱਕ ਇਹ ਸ਼ੁਰੂਆਤ ਕੀਤੀ ਕਿ ਮਰਦਾਂ ਦੇ ਨਾਲ ਜਿਮ ਖੁਦ ਇੱਕ ਔਰਤ ਲਾਵੇ ਤੇ ਉਹ ਇੱਕ ਬਹੁਤ ਵੱਡੀ ਸੇਧ ਮਿਲਦੀ ਆ। ਸੋ ਮੇਰੇ ਜਿੱਦਾਂ ਕਹਿ ਦੋ ਕਿ ਜੇ ਤੁਸੀਂ, ਬਾਬਾ ਸਾਹਿਬ ਅੰਬੇਡਕਰ ਕਹਿੰਦੇ ਕਿ ਜੇ ਤੁਸੀਂ ਸਮਾਜ 'ਚ ਇੱਜ਼ਤ ਨਾਲ ਰਹਿਣਾ ਚਾਹੁੰਦੇ ਨਾ, ਤੇ ਤੁਹਾਡਾ ਪੜ੍ਹਿਆ ਲਿਖਿਆ ਹੋਣਾ ਬਹੁਤ ਜ਼ਰੂਰੀ ਆ, ਤੇ ਜਿਹੜਾ ਤੁਹਾਡੀ ਇੱਕ ਸ਼ਖਸੀਅਤ ਆ ਉਹ ਨਿਖਰਨੀ ਬਹੁਤ ਜ਼ਰੂਰੀ ਆ। ਸੋ ਮੇਰੀ ਜਿਮ ਦੇ ਵਿੱਚ ਜਿੱਦਾਂ ਕਹਿ ਦੋ ਮੇਰੇ ਨਾਲ ਦੇ ਸਾਥੀ ਜਿਹੜੇ ਮਰਦ ਸਮਾਜ ਚੋਂ, ਉਹ ਮੇਰਾ ਬਹੁਤ ਸਹਿਯੋਗ ਕਰਦੇ ਆ
ਹਾਂਜੀ, ਕਿਤੇ ਵੀ ਮੇਰੀ ਹਿੰਮਤ ਡਾਵਾਡੋਲ ਹੁੰਦੀ ਆ ਜਾਂ ਮੈਂ ਕਦੀ ਕਹਿੰਦੇ ਕਿ ਜਿਮ ਨਹੀਂ ਆਉਣਾ ਜਾਂ ਮੇਰੀ ਖੁਰਾਕ ਤੱਕ ਦਾ, ਉਹ ਮੈਨੂੰ ਬਹੁਤ ਅੱਛਾ ਖੂਬੀ ਸਮਝਾਉਂਦੇ ਆ। ਸਾਡੇ ਇੱਥੇ ਪਿੰਡ ਦੇ ਕਾਸ਼ ਨਾਮ ਦਾ ਸਾਡਾ ਇੱਕ ਸਾਥੀ ਆ, ਉਹ ਬਹੁਤ ਸਾਡਾ ਸਹਿਯੋਗ ਕਰਦਾ ਆ। ਉਸਤਾਦ ਲੋਕ ਸਾਰੇ ਬਹੁਤ ਵਧੀਆ ਆ। ਸੋ ਇਸ ਲਈ ਮੈਨੂੰ ਜਿੱਦਾਂ ਕਹਿੰਦੇ ਉਹਨਾਂ ਦਾ ਮਾਹੌਲ ਜਿਹੜਾ ਉਹਨਾਂ ਨੇ ਮੈਨੂੰ ਦਿੱਤਾ ਨਾ, ਉਹਦੇ ਵਿੱਚ ਮੈਨੂੰ ਕੋਈ ਇਧਰ ਅਨਕੰਫਰਟੇਬਲ ਮਹਿਸੂਸ ਨਹੀਂ ਹੁੰਦਾ। ਬਾਕੀ ਇੱਕ ਔਰਤ ਤੇ ਖੁਦ ਤੇ ਡਿਪੈਂਡ ਹੁੰਦਾ ਆ। ਮੁਸ਼ਕਿਲਾਂ ਹਰ ਇੱਕ ਫੀਲਡ ਦੇ ਵਿੱਚ ਆ, ਹਰ ਇੱਕ ਫੀਲਡ ਦੇ ਵਿੱਚ ਆ, ਪਰ ਉਹਨਾਂ ਕਿੱਦਾਂ ਨਜਿੱਠਣਾ ਇਹ ਖੁਦ ਨੂੰ ਆਉਣਾ ਚਾਹੀਦਾ ਆ। ਜੀ ਹਾਂਜੀ। ਤੇ ਪਿਤਾ ਜੀ ਕੀ ਕਰਦੇ? ਮੇਰੇ ਫਾਦਰ ਸਾਹਿਬ ਲੇਬਰ ਦਾ ਕੰਮ ਕਰਦੇ, ਹਾਂਜੀ ਲੈਦਰ ਦਾ ਕੰਮ ਕਰਦੇ ਆ। ਸੋ ਅਸੀਂ ਤਾਂ ਮਿਡਲ ਕਲਾਸ ਫੈਮਿਲੀ ਚੋਂ ਆ। ਸੋ ਬਾਬਾ ਸਾਹਿਬ ਅੰਬੇਡਕਰ ਕਹਿੰਦੇ ਸੀ ਕਿ ਜਿਹੜੀ ਕ੍ਰਾਂਤੀ ਉਹ ਝੁੱਗੀਆਂ ਝੌਂਪੜੀਆਂ ਚੋਂ ਨਿਕਲਦੀ ਹੈ, ਮਹਿਲਾਂ ਚੋਂ ਨਹੀਂ ਨਿਕਲਦੀ। ਮੰਮੀ ਕੀ ਕਰਦੇ? ਮੰਮੀ ਹਾਊਸ ਵਾਈਫ ਆ। ਕਿੰਨੇ ਭੈਣ ਭਰਾ? ਅਸੀਂ ਜਿੱਦਾਂ 3 ਭੈਣ ਭਰਾ ਆ। ਅੱਛਾ, ਮੈਂ ਮਿਡਲ ਦੇ ਵਿੱਚ ਹੁੰਦੀ, ਇੱਕ ਮੇਰੇ ਤੋਂ ਛੋਟਾ ਆ ਤੇ ਇੱਕ ਮੇਰੇ ਤੋਂ ਵੱਡੇ ਆ। ਅੱਛਾ ਹਾਂਜੀ। ਤੇ ਜਿਮ ਕਿੰਨਾ ਸਮਾਂ ਲਾਉਂਦੇ ਤੁਸੀਂ ਰੋਜ਼ਾਨਾ 24 ਘੰਟੇ ਦੇ ਵਿੱਚੋਂ? 24 ਘੰਟਿਆਂ ਚੋਂ 2 ਘੰਟੇ ਤਾਂ ਮਿਨੀਮਮ ਲੱਗੇ ਹੀ ਜਾਂਦੇ। ਜਿੱਦਾਂ ਸਵੇਰ ਨੂੰ ਜੇ 2 ਲਾਈਏ, ਸ਼ਾਮ ਨੂੰ 2 ਲਾਈਏ, 4 ਘੰਟੇ ਮਿਨੀਮਮ ਏਦਾਂ ਹੋ ਗਏ। ਬਾਕੀ ਸਟੱਡੀ ਦੇ ਵਿੱਚ ਜਿੱਦਾਂ ਮੈਂ PhD ਦੀ ਪ੍ਰੈਪਰੇਸ਼ਨ ਕਰ ਰਹੀ ਆ। ਅੱਛਾ ਹਾਂਜੀ। ਸੋ ਬਰਮਿੰਗਮ ਯੂਨੀਵਰਸਿਟੀ ਤੋਂ ਮੈਂ ਡਾਕਟਰ ਅੰਬੇਦਕਰ ਸਾਹਿਬ ਤੇ PhD ਕਰਾਂਗੀ। ਅੱਛਾ, ਵੈਰੀ ਗੁੱਡ ਵੈਰੀ ਗੁੱਡ। ਤੇ ਮਾਪਿਆਂ ਦਾ ਤੇ ਸਮਾਜ ਦਾ ਸੁਪਨਾ ਪੂਰਾ ਕਰੋਗੇ? ਬਿਲਕੁਲ ਬਿਲਕੁਲ। ਜਿਹੜੇ ਸਮਾਜ 'ਚ ਪੈਦਾ ਹੋਏ ਉਸ ਸਮਾਜ ਦਾ ਉਧਾਰ ਕਰਨਾ ਪਹਿਲਾ ਕਰਤੱਵ ਆ। ਅੰਬੇਦਕਰ ਸਾਹਿਬ ਦਾ ਨਾਮ ਮਗਰ ਲਗਾਉਣਾ ਇੱਕ ਆਪਣੇ ਆਪ ਦੇ ਵਿੱਚ ਹੀ ਰੁਤਬਾ ਹੋ ਜਾਂਦਾ ਆ। ਪਰ ਕਈ ਲੋਕ ਕਹਿੰਦੇ ਕਿ ਇਹ ਪਬਲਿਸਿਟੀ ਦੇ ਲਈ ਲਾਇਆ, ਮਸ਼ਹੂਰ ਹੋਣ ਦੇ ਲਈ ਲਾਇਆ ਆ, ਪਰ ਇਹੋ ਜਿਹੀ ਗੱਲ ਨਹੀਂ ਆ। ਜੇਕਰ ਕੋਈ ਸ਼ੱਕ ਹੈ ਤਾਂ ਉਹ ਮੇਰਾ ਸੰਘਰਸ਼ ਦੇਖ ਸਕਦਾ ਆ ਕਿ ਕਿਸ ਤਰ੍ਹਾਂ ਮੈਂ ਆਪਣੇ ਇਸ ਸਰੀਰ ਤੇ ਕਿੰਨੀਆਂ ਸੱਟਾਂ ਸਹੀਆਂ, ਪਹਾੜਾਂ ਨਾਲ ਮੱਥਾ ਲਾਇਆ। ਤੇ ਫਿਰ ਪੜ੍ਹਾਈ ਕਹਿ ਦੋ ਕਿ MA ਮੈਂ ਕੀਤੀ ਰਾਜਨੀਤੀ ਸ਼ਾਸਤਰ ਵਿੱਚ, ਤੇ ਉਸ ਤੋਂ ਬਾਅਦ ਹੁਣ ਮੈਂ PhD ਦੀ ਤਿਆਰੀ ਆ। ਸੋ ਇਸ ਲਈ ਅੰਬੇਦਕਰ ਸਾਹਿਬ ਦਾ ਜਾਂ ਬੋਧ ਦਾ ਨਾਮ ਮਗਰ ਲਗਾਉਣ ਦੇ ਨਾਲ ਨਹੀਂ ਹੁੰਦਾ, ਇਹ ਤੁਹਾਡੇ ਕਰਮ ਹੀ ਹੁੰਦੇ ਆ। ਜਿੱਦਾਂ ਕਿ ਕਹਿ ਦੋ ਗੁਰੂ ਰਵਿਦਾਸ ਮਹਾਰਾਜ ਸਾਹਿਬ ਕਹਿੰਦੇ ਸੀ ਕਿ ਵੀ ਕੋਈ ਵੀ ਇਨਸਾਨ ਜਿਹੜਾ ਉਹ ਆਪਣੀ ਜਾਤ ਕਰਕੇ ਮਹਾਨ ਨਹੀਂ ਹੁੰਦਾ, ਆਪਣੇ ਕਰਮ ਕਰਕੇ ਮਹਾਨ ਹੁੰਦਾ। ਜੋ ਤੁਸੀਂ ਅੱਜ ਕਰਦੇ ਹੋ ਤੁਹਾਨੂੰ ਮਿਲਣਾ ਆ। ਸੋ ਇਸ ਲਈ ਅਗਰ ਮੈਂ ਅੱਜ ਕਿਤਾਬਾਂ ਦੇ ਨਾਲ ਜ਼ਿਆਦਾ ਰੁਝੇਵਾਂ ਪਾਇਆ ਆ ਜਾਂ ਮੈਂ ਆਪਣੀ ਖੇਡ ਦੇ ਨਾਲ ਆ, ਸੋ ਉਹ ਕਿਤੇ ਨਾ ਕਿਤੇ ਮੇਰੀ ਆਉਣ ਵਾਲੀ ਪੀੜ੍ਹੀ ਤੇ ਅਸਰ ਪਵੇਗਾ। ਇਹ ਗੱਲਾਂ ਨੂੰ ਸੋਚ ਕੇ ਕਿ ਮੇਰੇ ਕਰਕੇ ਅਗਰ ਕਹਿ ਦੋ ਬੂਟਾ ਮੰਡੀ ਦਾ ਇੱਕ ਅੱਧਾ ਖਿਡਾਰੀ ਵੀ ਅੱਗੇ ਆਉਂਦਾ ਆ ਹਨਾ, ਤਾਂ ਮੈਂ ਸਮਝੂੰਗੀ ਕਿ ਮੇਰਾ ਜੀਵਨ ਸਫਲ ਹੋ ਗਿਆ। ਤੇ ਅੱਜ ਜਿੱਥੇ ਲੜਕੀਆਂ ਕਿਤੇ ਨਾ ਕਿਤੇ ਉਹਨਾਂ ਦਾ ਮਨੋਬਲ ਜਿਹੜਾ ਆ ਉਹ ਮਰਦ ਦੇ ਬਰਾਬਰ ਨਹੀਂ ਹੁੰਦਾ, ਉਹਨਾਂ ਨੂੰ ਕੀ ਪ੍ਰੇਰਿਤ ਕਰਨਾ ਚਾਹੋਗੇ? ਕਿਸੇ ਵੀ ਫੀਲਡ ਦੇ ਵਿੱਚ ਜਾਓ, ਹੌਸਲੇ ਨਾਲ ਜਾਓ। ਬਿਲਕੁਲ। ਉਹ ਇੱਕ ਜਿੱਦਾਂ ਕਹਿੰਦੇ ਆ ਨਾ ਕਿ ਲਗਨ ਦਾ ਤੇ ਹੌਸਲੇ ਦਾ ਹੋਣਾ ਬਹੁਤ ਜ਼ਰੂਰੀ ਆ। ਹਾਂਜੀ। ਕਈ ਸਾਡੇ ਸਾਥੀ ਕਹਿ ਦਿੰਦੇ ਆ ਕਿ ਵੀ ਅਸੀਂ ਹੁਣ ਨਹੀਂ ਕਰ ਸਕਦੇ, ਮੇਰਾ ਉਹ ਸਮਾਂ ਪੁਰਾਣਾ ਸੀ, ਮੇਰਾ ਆਹ ਸਮਾਂ ਆਇਆ। ਪਰ ਮੈਂ ਕਹਿੰਦੀ ਕਿ ਸਮਾਂ ਬਦਲਦਾ ਆ। ਸਮਾਂ ਬਦਲਦਾ ਆ। ਕਹਿੰਦੇ ਸੋਚੇ ਨਾ ਕੁਛ ਨਹੀਂ ਹੋਣਾ, ਕੀਤੇ ਨਾ ਕਰਨਾ। ਪਰ ਮੈਂ ਜਦੋਂ ਪਹਿਲੀ ਵਾਰ ਪਹਾੜ ਤੇ ਗਈ ਸੀ ਤਾਂ ਮੈਨੂੰ ਉੱਤੇ ਪੈਰ ਰੱਖਣਾ ਨਹੀਂ ਆਉਂਦਾ ਸੀ ਤੇ ਮੈਂ ਅਸਫਲ ਹੋ ਗਈ ਸੀ। ਅਸਫਲ ਹੋਣ ਦੇ ਬਾਵਜੂਦ ਵੀ ਹਿੰਮਤ ਨਹੀਂ ਟੁੱਟੀ। ਮੈਂ ਡੇਲੀ ਉਹ ਚੀਜ਼ ਨੂੰ ਸੋਚਣਾ, ਪ੍ਰੈਪਰੇਸ਼ਨ ਉਹਦੀ ਕਰਨੀ ਆਪਣੇ ਦਿਮਾਗ ਵਿੱਚ, ਕਿਉਂਕਿ ਸਾਡਾ ਜਿਹੜਾ ਜ਼ਮੀਰ ਇਹੀ ਸਾਡਾ ਸਵਾਮੀ ਹੈ ਨਾ, ਇਹ ਸਾਨੂੰ ਮਾਰਗਦਰਸ਼ਨ ਕਰਦਾ। ਮੈਂ ਜਿੱਦਾਂ ਜਿੱਦਾਂ ਉਹ ਚੀਜ਼ ਨੂੰ ਸੋਚਦੀ ਜਾਣਾ, ਫਿਰ ਜਦੋਂ ਮੈਂ ਦੁਬਾਰਾ ਇਹ 5 ਪਹਾੜ ਕਰਨ ਦੇ ਲਈ ਗਈ ਸੀ ਤੇ ਉਹੀ ਪਹਾੜ ਮੈਂ 3-4 ਪਾਸੇ ਤੋਂ ਸਰ ਕਰ ਲਿਆ ਸੀ। ਕਿੰਨਾ ਸਮਾਂ ਲੱਗਾ ਸੀ? ਕੋਈ ਸਮਾਂ ਨਹੀਂ ਉਹਦੇ ਤੇ ਲੱਗਾ, ਕੋਈ ਮੈਨੂੰ ਬਹੁਤਾ ਸਮਾਂ ਨਹੀਂ ਉਹਦੇ ਤੇ ਲੱਗਾ। ਵੱਧ ਤੋਂ ਵੱਧ ਜਿੱਦਾਂ ਕਹਿ ਦੋ ਘੰਟਾ ਕੁ ਮਸੀਂ ਕਿਤੇ ਲੱਗਾ ਹੋਊਗਾ। ਹਾਂਜੀ। ਉਹਨੂੰ ਮੈਂ 3-4 ਪਾਸੇ ਤੋਂ ਫਤਿਹ ਕਰ ਲਿਆ ਸੀ। ਸੋ ਕਹਿਣ ਦਾ ਮਤਲਬ ਜਿੱਦਾਂ ਸਮਾਂ ਬਦਲਦਾ ਆ, ਇਹ ਕੁਦਰਤ ਬਦਲਦੀ ਆ। ਸੋ ਇਹ ਨਹੀਂ ਕਹਿਣਾ ਚਾਹੀਦਾ ਕਿ ਮੈਂ ਇਹ ਕਹਿੰਦੀ ਕਿ ਬੰਦਾ ਬੀਤੇ ਹੋਏ ਕੱਲ ਦੇ ਵਿੱਚ ਅੱਜ ਦੇ ਕੱਲ ਦੇ ਵਿੱਚ ਜ਼ਿਆਦਾ ਸਟਰੋਂਗ ਆ। ਸੋ ਲੇਡੀਜ਼ ਨੂੰ ਇਹੀ ਆ ਵੀ ਜ਼ਿਆਦਾਤਰ ਇਹੀ ਕਹੂੰਗੀ ਕਿ ਪੁਰਸ਼ਾਂ ਦਾ ਸਹਿਯੋਗ ਹੋਣਾ ਚਾਹੀਦਾ ਆ ਕਿ ਵੀ ਆਪਣੇ ਘਰ ਦੀਆਂ ਮਹਿਲਾਵਾਂ ਨੂੰ। ਡਾਕਟਰ ਅੰਬੇਦਕਰ ਸਾਹਿਬ ਕਹਿੰਦੇ ਸੀ ਕਿ ਮੇਰਾ ਸੱਚਾ ਪੈਰੋਕਾਰ ਉਹੀ ਹੋਊਗਾ ਜਿਹੜਾ ਆਪਣੇ ਘਰ ਦੀਆਂ ਮਹਿਲਾਵਾਂ ਨੂੰ ਆਪਣੇ ਤੋਂ ਵੀ ਪਹਿਲਾ ਸਥਾਨ ਸਮਾਜ ਵਿੱਚ ਦੇਵੇਗਾ। ਤੇ ਉਹ ਕਹਿੰਦੇ ਸੀ ਮੈਂ ਕਿਸੇ ਵੀ ਸਮਾਜ ਦੀ ਜਿਹੜੀ ਤਰੱਕੀ ਆ ਨਾ, ਉੱਥੋਂ ਦੀਆਂ ਮਹਿਲਾਵਾਂ ਕਿੰਨੀਆਂ ਕੁ ਪ੍ਰਫੁੱਲਿਤ ਹੋਈਆਂ ਆ, ਉਤੋਂ ਜੱਜਮੈਂਟ ਕਰੂੰਗਾ। ਸੋ ਇਹ ਹੁਣ ਜੈ ਭੀਮ ਕਹਿਣ ਵਾਲੇ ਇਹ ਸੋਚ ਲੈਣ ਵੀ ਉਹ ਕਿੱਥੇ ਕ ਸਟੈਂਡ ਆ, ਕੀ ਉਹ ਆਪਣੇ ਸਮਾਜ ਦੇ ਵਿੱਚ ਸੇਧ ਦੇ ਰਹੇ ਆ। ਮੇਰਾ ਜਿੰਨਾ ਕੁ ਕਰਤੱਵ ਆ, ਮੈਂ ਜਿੱਥੇ ਵੀ ਰਹੂੰਗੀ ਮੈਂ ਆਪਣੇ ਮਹਾਪੁਰਸ਼ਾਂ ਦੀ ਕਹਿ ਦੋ ਉਹਨਾਂ ਦੀ ਵਿਚਾਰਧਾਰਾ ਤੇ ਹੀ ਚੱਲਾਂਗੀ। ਤੇ ਲੇਡੀਜ਼ ਨੂੰ ਚਾਹੀਦਾ ਹੈ ਕਿ ਆਪਣੀ ਤਾਕਤ ਨੂੰ ਪਹਿਚਾਨਣ, ਕਿਉਂਕਿ ਮਰਦ ਨੂੰ ਪੈਦਾ ਕਰਨ ਵਾਲੀ ਔਰਤ ਕਦੇ ਵੀ ਕਮਜ਼ੋਰ ਨਹੀਂ ਹੁੰਦੀ। ਹਾਂਜੀ। ਤੇ ਪੜ੍ਹਨਾ ਲਿਖਣਾ ਉਹਨਾਂ ਲਈ ਬਹੁਤ ਜ਼ਿਆਦਾ ਜ਼ਰੂਰੀ ਆ।
ਜਿਹੜੀਆਂ ਮੇਰੀਆਂ ਭੈਣਾਂ ਸਿਆਸਤਦਾਨ ਆ ਜਾਂ ਜਿਹੜੀਆਂ ਜਿੱਦਾਂ ਕਹਿ ਦੋ ਵਕਾਲਤ ਦੇ ਵਿੱਚ ਆ, ਵੱਖ-ਵੱਖ ਅਹੁਦਿਆਂ ਤੇ ਆ, ਉਹਨਾਂ ਨੂੰ ਚਾਹੀਦਾ ਕਿ ਸਮੇਂ-ਸਮੇਂ ਤੇ ਆਪਣੇ ਸਮਾਜ ਦੇ ਵਿਚੜੀਆਂ ਜਿਹੜੀਆਂ ਘਰੇਲੂ ਔਰਤਾਂ ਉਹਨਾਂ ਨੂੰ ਉਹਨਾਂ ਦੇ ਹੱਕਾਂ ਪ੍ਰਤੀ ਜਾਗਰੂਕ ਕਰਦੇ ਰਹਿਣ, ਤਾਂ ਜੋ ਉਹ ਆਪਣੀ ਇੱਕ ਕ੍ਰਾਂਤੀ ਦੀ ਲਹਿਰ ਜਿਹੜੀ ਆ, ਸਮਾਜਿਕ ਸਮਾਨਤਾ ਦੀ ਲਹਿਰ ਜਿਹੜੀ ਉਹ ਚੱਲ ਸਕੇ ਪੁਰਸ਼ਾਂ ਦੇ ਨਾਲ ਨਾਲ। ਜੀ ਜੀ ਜੀ। ਤੁਸੀਂ ਆਪਣੇ ਜੀਵਨ ਦੇ ਵਿੱਚ ਆਦਰਸ਼ ਕਿਹਨਾਂ ਨੂੰ ਮੰਨਿਆ? ਮੈਂ ਆਪਣੇ ਜੀਵਨ ਦੇ ਵਿੱਚ ਆਦਰਸ਼ ਮੰਨਿਆ ਡਾਕਟਰ ਅੰਬੇਦਕਰ ਸਾਹਿਬ ਨੂੰ ਜੀ, ਤਥਾਗਤ ਬੁੱਧ ਨੂੰ ਜੀ, ਤੇ ਗੁਰੂ ਰਵਿਦਾਸ ਮਹਾਰਾਜ ਤਾਂ ਸਾਡੇ ਅਸੀਂ ਹੈ ਹੀ ਉਹਨਾਂ ਦੇ ਪੈਰੋਕਾਰ ਆ ਨਾ। ਜੀ ਜੀ। ਤੇ ਇਹੋ ਜਿੱਦਾਂ ਹੁਣ ਸੰਤ ਕਬੀਰ ਮਹਾਰਾਜ ਦੀ ਜਿਹੜੀ ਬਾਣੀ ਆ ਬਹੁਤ ਕ੍ਰਾਂਤੀਕਾਰੀ ਆ, ਗੁਰੂ ਰਵਿਦਾਸ ਮਹਾਰਾਜ ਕ੍ਰਾਂਤੀਕਾਰੀ ਗੁਰੂ ਹੋਏ ਆ, ਇਸ ਲਈ ਉਹਨਾਂ ਦੇ ਅੱਗੇ ਸਦਾ ਹੀ ਨਮਸਤਕ ਹੁੰਦੇ ਆਏ ਆ। ਸੋ ਉਹ ਇੱਕ ਯਥਾਰਥਵਾਦ ਤੇ ਆ, ਪਰ ਲੋਕ ਜਿਹੜੇ ਉਹ ਯਥਾਰਥ ਨੂੰ ਭੁੱਲਦੇ ਆ, ਉਹ ਸਿਰਫ ਪੂਜਾ ਪਾਠ ਤੇ ਉਹਨਾਂ ਦੀ ਆਰਾਧਨਾ ਤੇ ਲੱਗੇ, ਉਹਨਾਂ ਦੀ ਵਿਚਾਰਧਾਰਾ ਦੇ ਤੋਂ ਬਹੁਤ ਜ਼ਿਆਦਾ ਦੂਰ ਆ। ਬਿਲਕੁਲ ਬਿਲਕੁਲ। ਹਾਂਜੀ, ਜਿੱਦਾਂ ਹੁਣ ਮਹਾਰਾਜ ਕਹਿੰਦੇ ਸੀ ਕਿ ਜਾਤ ਵੀ ਓਛਾ ਪਾਤ ਵੀ ਓਛਾ, ਓਛਾ ਜੀਵਨ ਹਮਾਰਾ, ਬਿਲਕੁਲ ਬਿਲकुल। ਰਾਜਾ ਰਾਮ ਕੀ ਸੇਵ ਨਾ ਕੀ ਨੀ ਕਹਿ ਰਵਿਦਾਸ ਚਮਾਰ। ਪਰ ਉਹੀ ਸਾਡੇ ਚਮਾਰ ਭਾਈਚਾਰਾ ਜਿਹੜਾ ਰਵਿਦਾਸੀਆ ਭਾਈਚਾਰਾ ਉਹੀ ਦੁਸਹਿਰੇ ਦੀਵਾਲੀ ਮਨਾ ਰਿਹਾ ਹੈ। ਦੇਖੋ ਬਿਲਕੁਲ ਬਿਲਕੁਲ, ਹੈ ਨਾ। ਗੱਲ ਇਹ ਆ ਕਿ ਵੀ ਵਿਚਾਰਧਾਰਾ ਤੋਂ ਬਹੁਤ ਦੂਰ ਆ, ਕੱਲਾ ਜੈ ਜੈਕਾਰ ਦੇ ਨਾਲ ਨਹੀਂ ਹੈ, ਉਹਨਾਂ ਨੂੰ ਪੜ੍ਹਨਾ ਬਹੁਤ ਜ਼ਿਆਦਾ ਜ਼ਰੂਰੀ। ਸਾਰੇ ਮਹਾਂਪੁਰਸ਼ਾਂ ਨੇ ਪਹਿਲਾਂ ਪੜ੍ਹਨ ਦੀ ਹੀ ਗੱਲ ਕੀਤੀ ਆ। ਜਿਵੇਂ ਇਹ ਤੁਹਾਡਾ ਜਿਹੜਾ ਪਹਾੜਾਂ ਨਾਲ ਮੱਥਾ ਲਾਉਣ ਦਾ ਜਿਹੜਾ ਸਫ਼ਰ ਸੀਗਾ, ਇਹਦੇ ਤੇ ਖਰਚਾ ਵੀ ਬਹੁਤ ਆਉਂਦਾ, ਤੇ ਕਿਵੇਂ ਤੁਸੀਂ ਉਹਨੂੰ ਅਫੋਰਡ ਕੀਤਾ? ਜਦੋਂ ਕਰਨੇ ਦੀ ਨੀਤ ਹੋਵੇ ਨਾ ਤੇ ਬਹੁਤ ਸਾਰੇ ਰਸਤੇ ਖੁੱਲ ਜਾਂਦੇ ਆ। ਅੱਛਾ, ਹਾਂਜੀ। ਸਿੱਖਿਆ ਇੱਕ ਇਹੋ ਜਿਹੀ ਚੀਜ਼ ਆ, ਇਹਦੇ ਮੋਹਰੇ ਜਿਹੜਾ ਝੁਕ ਜਾਂਦਾ ਨਾ, ਉਹਨੂੰ ਸਮਾਜ ਚ ਕਿਸੇ ਅੱਗੇ ਝੁਕਣ ਦੀ ਲੋੜ ਨਹੀਂ ਪੈਂਦੀ। ਮੈਂ ਜਿੱਦਾਂ ਕਿਤਾਬਾਂ ਪੜ੍ਹੀਆਂ, ਮੈਂ ਪ੍ਰਚਾਰ ਕਰਦੀ ਗਈ, ਉਹਦੇ ਨਾਲ ਮੇਰੀ ਥੋੜੀ ਪਰਸਨੈਲਿਟੀ ਬਣਦੀ ਗਈ, ਲੋਕ ਮੇਰੇ ਤੇ ਵਿਸ਼ਵਾਸ ਕਰਨ ਲੱਗੇ। ਤੇ ਇਸੇ ਤਰ੍ਹਾਂ ਐਨਸੀਸੀ ਦੀ ਸਟੂਡੈਂਟ ਸੀਗੀ, ਜਦੋਂ ਗ੍ਰੈਜੂਏਸ਼ਨ ਕਰਦੀ ਸੀ ਤਾਂ ਉੱਥੇ ਮਤਲਬ ਕਰਨਲ ਅਤੁਲ ਸ਼ਾਹ ਸਾਹਿਬ ਨੇ ਮੈਨੂੰ ਸਪਾਂਸਰ ਕੀਤਾ ਤੇ ਪਹਿਲਾਂ 2 ਪਹਾੜ ਕੀਤੇ ਉੱਥੇ। ਉਸ ਤੋਂ ਬਾਅਦ ਫਿਰ ਮੇਰੇ ਡਾਕਟਰ ਅੰਬੇਦਕਰ ਚੇਤਨਾ ਮਾਰਚ ਸੁਸਾਇਟੀ ਨੇ ਮੇਰਾ ਸਾਥ ਦਿੱਤਾ ਜੀ। ਤੇ ਮੇਰੇ ਪੇਰੈਂਟਸ ਨਹੀਂ ਮੰਨਦੇ ਸੀ ਪਹਿਲਾਂ, ਪਰ ਫਿਰ ਜਦੋਂ ਸਮਾਜ ਨੇ ਦੇਖਿਆ ਕਿ ਹਾਂ ਇਹ ਕਰ ਸਕਦਾ ਬੱਚਾ, ਉਹਨਾਂ ਨੇ ਕਿਹਾ ਵੀ ਇਹ ਸਾਡਾ ਬੱਚਾ ਆ, ਅਸੀਂ ਇਹਨੂੰ ਕਰਾਂਗੇ ਜੀ। ਤੇ ਫਿਰ ਉੱਥੇ ਮਾਂ ਬਾਪ ਦੀ ਵੀ ਨਹੀਂ ਚੱਲਦੀ ਜਦੋਂ ਸਮਾਜ ਖੜਾ ਹੋ ਜਾਵੇ। ਬਿਲਕੁਲ। ਤੇ ਫਿਰ ਉਹਨਾਂ ਨੇ ਸਹਿਯੋਗ ਕੀਤਾ ਤੇ ਸਾਰੇ ਸਾਥੀਆਂ ਦੇ ਸਹਿਯੋਗ ਦੇ ਨਾਲ ਹੀ ਅੱਜ ਪ੍ਰਿਆ ਅੰਬੇਦਕਰ ਜਿਹੜੀ ਆ ਉਹ ਬਣੀ ਆ। ਤੇ ਉਹ ਮੈਂ ਅੱਗੇ ਵੀ ਇਸ ਨਾਮ ਨੂੰ ਬਰਕਰਾਰ ਰੱਖਣ ਦੇ ਲਈ ਆਪਣਾ ਉਦਮ ਕਰਦੀ ਰਵਾਂਗੀ। ਤੇ ਟਾਰਗੇਟ ਕੀ ਹੈ ਹੁਣ? ਟਾਰਗੇਟ ਇਹ ਹੈ ਕਿ ਹਿਮਾਲਿਆ ਪਰਬਤ ਕਰਨਾ, ਮਾਊਂਟ ਐਵਰੈਸਟ। ਤੇ ਇਹਦੇ ਨਾਲ ਨਾਲ ਜਿੱਦਾਂ ਕਹਿ ਦੋ ਰਸ਼ੀਆ ਦਾ ਐਲਬਰੂਸ ਕਰੂੰਗੀ, ਤੇ ਸਾਊਥ ਅਫਰੀਕਾ ਦਾ ਕਿਲਿਮੰਜਾਰੋ, ਤੇ ਇਸ ਤੋਂ ਬਾਅਦ ਪਾਕਿਸਤਾਨ ਦੇ ਜਿਹੜੇ K2 ਪਹਾੜ ਆ ਤੇ ਉਹਨੂੰ ਵੀ ਫਤਿਹ ਕਰਨ ਬਾਰੇ ਪੂਰਾ ਮਨ ਹੈਗਾ ਆ। ਤੇ ਹੁਣ ਜਿੱਦਾਂ ਜਿੱਦਾਂ ਸਪਾਂਸਰਸ਼ਿਪ ਮਿਲਦੀ ਜਾਊਗੀ ਉਸੇ ਤਰ੍ਹਾਂ ਹੀ ਫਿਰ ਉਹਨਾਂ ਪਹਾੜਾਂ ਨੂੰ ਜਿਹੜਾ ਉਹ ਦੁਬਾਰਾ ਜੱਫਾ ਪਾਇਆ ਜਾਊਗਾ। ਵਾਹ ਜੀ ਵਾਹ। ਨਾਲ ਨਾਲ ਇਹ ਵੀ ਕਈ ਵਾਰੀ ਕੋਸ਼ਿਸ਼ ਹੁੰਦੀ ਹੈ ਜਾਂ ਮਨ ਚ ਹੁੰਦੀ ਵੀ ਨਾਲ ਨਾਲ ਕੋਈ ਨਾ ਕੋਈ ਜੌਬ ਵੀ ਕੀਤੀ ਜਾਵੇ ਜੀ। ਇਦਾਂ ਦੀ ਵੀ ਇੱਛਾ ਹੈ ਵੀ ਸਰਕਾਰੀ ਤੌਰ ਤੇ ਕੋਈ? ਨਹੀਂ, ਮੈਂ ਨਾ ਤਾਂ ਮੈਨੂੰ ਕਿਸੇ ਸਰਕਾਰ ਨੇ ਇਸ ਤਰ੍ਹਾਂ ਦਾ ਕੋਈ ਕਹਿ ਦੋ ਅਵਸਰ ਦਿੱਤਾ, ਮੌਕਾ ਦਿੱਤਾ, ਤੇ ਨਾ ਹੀ ਕੋਈ ਸਰਕਾਰੀ ਨੁਮਾਇੰਦਾ ਉਸ ਹਿਸਾਬ ਨਾਲ ਮੈਨੂੰ ਵੈਲਕਮ ਕਰਨ ਦੇ ਲਈ ਆਇਆ, ਨਾ ਥੈਂਕਸ ਕਰਨ ਦੇ ਲਈ ਆਇਆ। ਅੱਛਾ। ਹਾਂਜੀ। ਸਾਡੇ ਸਮਾਜ ਦੇ ਉਹਦਾ ਜਿਹੜੇ ਵਕੀਲ ਸਾਹਿਬਾਨ ਉਹਨਾਂ ਨੇ ਮੇਰਾ ਬਹੁਤ ਸਹਿਯੋਗ ਕੀਤਾ, ਮਤਲਬ ਮੇਰੀ ਬਹੁਤ ਹੌਸਲਾ ਅਫਜ਼ਾਈ ਕੀਤੀ। ਸਮਾਜ ਦੇ ਹਰ ਇੱਕ ਵਰਗ ਨੇ ਚਾਹੇ ਉਹ ਕਿਹੜਾ ਵੀ ਕੀਤਾ ਕਰਦਾ, ਸਾਰਿਆਂ ਨੇ ਮੇਰਾ ਬਹੁਤ ਸਾਥ ਦਿੱਤਾ। ਪਰ ਜਿੱਦਾਂ ਕਹਿ ਦੋ ਕਿ ਜਦੋਂ ਗੱਲ ਸਪਾਂਸਰਸ਼ਿਪ ਦੀ ਆਉਂਦੀ ਹੈ ਜਾਂ ਸਰਕਾਰਾਂ ਕੋਲ ਸਹਿਯੋਗ ਲੈਣ ਦੀ ਹੁੰਦੀ ਤਾਂ ਉਹ ਮੂੰਹ ਤੇ ਦਰਵਾਜ਼ੇ ਮਾਰ ਦਿੰਦੇ ਆ। ਇਹ ਕੋਰੀ ਸੱਚਾਈ ਆ। ਸੋ ਸਾਡੇ ਸਮਾਜ ਜਿਹੜਾ ਕੁੱਕੂ ਪਹਿਲਵਾਨ ਆ, ਬੋਡੀ ਬਿਲਡਿੰਗ ਦੇ ਵਿੱਚੋਂ ਥਾਈਲੈਂਡ ਦੇ ਵਿੱਚ 골ਡ ਮੈਡਲ ਜਿੱਤ ਕੇ ਆਇਆ, ਬਹੁਤ ਵੱਡੀ ਗੱਲ ਆ। ਇੱਕ ਸਫਾਈ ਕਰਮਚਾਰੀ ਦਾ ਉੱਥੇ ਤੱਕ ਪਹੁੰਚਣਾ ਬਹੁਤ ਵੱਡੀ ਗੱਲ ਆ, ਪਰ ਉਹਨੂੰ ਸਿਰਫ ਮਹਿਜ 11,000 ਰੁਪਇਆ ਦਿੱਤਾ ਗਿਆ। ਜਾਤ ਪਾਤ ਦੇਖੋ, ਜਿਹੜੇ ਤਾਂ ਜਨਰਲ ਕੈਟਾਗਰੀ ਦੇ ਖੇਡਦੇ ਆ ਉਹਨਾਂ ਨੂੰ ਗੱਡੀਆਂ ਜਾਂ ਕਿੰਨੇ ਕਰੋੜਾਂ ਰੁਪਇਆ ਦਿੱਤਾ ਜਾਂਦਾ, ਪਰ ਜਿਹੜੇ ਸਾਡੇ ਸਮਾਜ ਦੇ ਹੁੰਦੇ ਆ, ਜਿਹੜੇ ਬਿਲਕੁਲ ਹੀ ਮਿੱਟੀ 'ਚ ਉੱਠ ਕੇ ਉੱਤੇ ਤੱਕ ਪਹੁੰਚਦੇ ਆ, ਉਹਨਾਂ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਆ। ਸੋ ਇਹ ਉਹੀ ਉਦੋਂ ਹੀ ਇਹ ਚੀਜ਼ਾਂ ਨੂੰ ਨੱਥ ਪਾਈ ਜਾ ਸਕਦੀ ਜਦੋਂ ਸਾਡੀ ਆਪਣੀ ਸਰਕਾਰ ਆਊਗੀ। ਬਿਲਕੁਲ, ਜਦੋਂ ਸਾਡੀ ਆਪਣੀ ਸਰਕਾਰ ਆਊਗੀ ਤੇ ਆਪਣਾ ਰਾਜ ਭਾਗ ਹੋਣਾ ਵੀ ਬਿਲਕੁਲ ਜ਼ਰੂਰੀ ਹੈਗਾ। ਹਾਂਜੀ। ਪ੍ਰਿਆ ਜੀ, ਕੀ ਕਹਿਣਾ ਚਾਹੋਗੇ? ਅੱਜ ਜੇ ਦੇਖਿਆ ਜਾਵੇ, ਤੁਸੀਂ ਇਹ ਗੱਲ 11,000 ਦੀ ਕੀਤੀ ਹੈ ਜਾਂ ਉਹ ਸਹਿਯੋਗ ਦੀ ਗੱਲ ਕੀਤੀ ਹੈ, ਅੱਜ ਸਮਾਜ ਸਾਡਾ ਹਰ ਪੱਖ ਦੇ ਵਿੱਚ ਨੰਬਰ 1 ਤੇ ਹੈ। ਉਹ ਆਰਥਿਕਤਾ ਦੇ ਆਧਾਰ ਤੇ ਵੀ, ਵਿਦੇਸ਼ਾਂ ਦੇ ਵਿੱਚ ਵੀ, ਆਪਣਾ ਬਿਜ਼ਨਸ ਸਥਾਪਿਤ ਕਰਨ ਦੇ ਵਿੱਚ ਵੀ, ਰਾਜਨੀਤੀ ਦੇ ਵਿੱਚ ਵੀ। ਕੀ ਕਹਿਣਾ ਚਾਹੋਗੇ? ਸਮਾਜ ਜਿਹੜਾ ਆ ਉਹ ਸਹਿਯੋਗ ਕਰਨ ਦੇ ਲਈ, ਦਾਨ ਕਰਨ ਦੇ ਲਈ, ਉਹਨਾਂ ਦੀ ਦਿਸ਼ਾ ਨੂੰ ਤੁਸੀਂ ਕਿਸ ਤਰ੍ਹਾਂ ਲੈਂਦੇ ਹੋ? ਸਾਡਾ ਜਿਹੜਾ ਸਮਾਜ ਹੈ ਨਾ, ਇਹ ਸਿਰਫ ਜਿੱਦਾਂ ਕਹਿ ਦੋ ਨਾ
ਟੱਲ ਖੜਕਾਉਣ ਦੇ ਲਈ ਹੀ ਜ਼ਿਆਦਾ ਵੱਧ ਤੋਂ ਵੱਧ ਜਾਣਿਆ ਜਾਂਦਾ ਆ। ਅੱਛਾ ਗਿਆਨ ਤਾਂ ਇਹਨਾਂ ਤੋਂ ਬਹੁਤ ਦੂਰ ਆ। ਇਹ ਇੱਕ ਯਥਾਰਥਵਾਦੀ ਗੱਲ ਆ ਹਨਾ, ਗਿਆਨ ਬਹੁਤ ਦੂਰ ਆ। ਇਹ ਕੀ ਕਰਦੇ, ਇਹ ਮੰਦਿਰਾਂ 'ਚ ਜ਼ਿਆਦਾ ਚੜਾਵੇ ਚੜਾਉਂਦੇ ਆ, ਗੁਰਦੁਆਰਿਆਂ 'ਚ ਮੰਦਿਰਾਂ ਦੇ ਵਿੱਚ। ਪਰ ਗੁਰੂ ਰਵਿਦਾਸ ਮਹਾਰਾਜ ਨੇ ਇਹ ਚੀਜ਼ ਨੂੰ ਕਦੀ ਪਹਿਲ ਨਹੀਂ ਦਿੱਤੀ ਸੀ ਜੀ ਹਨਾ। ਹੁਣ ਜੇ ਤੁਸੀਂ ਇੱਥੇ ਬੂਟਾ ਮੰਡੀ 'ਚ ਸਰਵੇ ਕਰੋ ਤਾਂ ਸਾਡੇ ਇੱਥੇ ਕਈ ਕੁੜੀਆਂ ਇਦਾਂ ਦੀਆਂ ਆ ਜਿਨ੍ਹਾਂ ਨੇ ਡਿਸਟ੍ਰਿਕਟ ਟੌਪ ਕੀਤਾ, ਸਟੇਟ ਲੈਵਲ ਤੇ ਪੜ੍ਹਾਈ 'ਚ ਟੌਪ ਕੀਤਾ ਆ। ਤੇ ਉਹਨਾਂ ਕੁੜੀਆਂ ਦਾ ਹੱਥ ਫੜਨਾ ਚਾਹੀਦਾ ਆ ਹਨਾ, ਕਿਉਂਕਿ ਭਗਵਾਨ ਨੂੰ ਤੁਹਾਡੇ ਚੜਾਵੇ ਨਹੀਂ ਚਾਹੀਦੇ। ਭਗਵਾਨ ਨੂੰ ਇਹ ਚਾਹੀਦਾ ਵੀ ਤੁਹਾਡੇ ਆਪਸ ਵਿੱਚ ਆਪਸੀ ਭਾਈਚਾਰਾ ਜਾਂ ਆਪਸੀ ਸਾਂਝ ਕਿੰਨੀ ਕੁ ਆ ਹਨਾ। ਮੈਂ ਇਹੀ ਕਹੂੰਗੀ ਕਿ ਜ਼ਿਆਦਾ ਤੁਸੀਂ ਠੀਕ ਆ, ਤੁਸੀਂ ਆਪਣੇ ਧਰਮ ਨੂੰ ਵੀ ਥੋੜਾ ਕਰੋ, ਪਰ ਜ਼ਿਆਦਾਤਰ ਸਮਾਜ ਨੂੰ ਤੁਸੀਂ ਦਿਓ ਵੀ ਜਿਹੜੇ ਇਹੋ ਜਿਹੇ ਤੁਹਾਡੇ ਸਮਾਜ ਦੇ ਬੱਚੇ ਆ, ਤੁਹਾਡੀ ਕੌਮ ਦੇ ਬੱਚੇ ਜਿਹੜੇ ਕੋਹੀਨੂਰ ਬਣ ਸਕਦੇ, ਤੁਸੀਂ ਉਹਨੂੰ ਬਣਾ ਸਕਦੇ ਆ, ਉਹਨੂੰ ਤੁਸੀਂ ਜ਼ਿਆਦਾ ਸਾਥ ਦਿਓ। ਤੇ ਤਾਂ ਕਿ ਮਤਲਬ ਕਿਤਾਬਾਂ ਦੇ ਲੰਗਰ ਲਾਓ, ਹਾਂ ਬਿਲਕੁਲ ਹਨਾ, ਕਿਤਾਬਾਂ ਦੇ ਲਾਓ, ਗਿਆਨ ਦੇ ਲਗਾਓ। ਜੇ ਤੋਂ ਤੁਹਾਡੇ ਜਿਹੜੇ ਜਿੱਦਾਂ ਕਹਿ ਦੋ ਨਾ, ਹੁਣ ਮੈਨੂੰ ਸ਼ਬਦ ਨਹੀਂ ਮਿਲ ਰਹੇ ਮੈਂ ਕਿੱਦਾਂ ਐਕਸਪਲੇਨ ਕਰਾਂ, ਪਰ ਤੁਸੀਂ ਮੇਰੀ ਗੱਲ ਨੂੰ ਸਮਝ ਰਹੇ ਆ। ਕਈ ਬੂਟਾ ਮੰਡੀ ਦੀਆਂ ਇਹੋ ਜਿਹੀਆਂ ਕੁੜੀਆਂ ਜਿਹੜੀਆਂ ਪੜ੍ਹਾਈ 'ਚ ਇੰਨੀਆਂ ਕੁ ਪ੍ਰਫੁੱਲਿਤ ਆ ਪਰ ਆਰਥਿਕ ਤੌਰ ਤੇ ਸਹਿਯੋਗ ਨਹੀਂ ਮਿਲਦਾ, ਤੇ ਉਹ ਕੁੜੀਆਂ ਉਹੀ ਆਪਣੀ ਪੜ੍ਹਾਈ ਦਾ ਸਮਾਂ ਦੂਜਿਆਂ ਨੂੰ ਪੜਾਉਣ ਤੇ ਲਗਾਉਂਦੀਆਂ, ਘਰ ਘਰ ਜਾ ਕੇ ਟਿਊਸ਼ਨਾਂ ਪੜਾਉਂਦੀਆਂ, ਉਹੀ ਪੈਸਾ ਇਕੱਠਾ ਕਰਕੇ ਉਹ ਕਿਤਾਬਾਂ ਲਿਆਉਂਦੀਆਂ ਆ ਤੇ ਉਹੀ ਕਿਤਾਬਾਂ ਨੂੰ ਰਾਤ ਨੂੰ ਬੈਠ ਕੇ ਪੜ੍ਹਦੀਆਂ ਤਾਂ ਕਿ ਸਮਾਜ ਦਾ, ਅਸੀਂ ਆਪਣੀ ਕੌਮ ਦਾ ਨਾਮ ਰੋਸ਼ਨ ਕਰ ਸਕੀਏ। ਹੁਣ ਕਿਤੇ ਨਾ ਕਿਤੇ ਕੌਮ ਨੂੰ ਵੀ ਚਾਹੀਦਾ ਕਿ ਨਾਲ ਖੜੇ ਹੋਣ ਹਨਾ। ਸੋ ਹੁਣ ਤੁਸੀਂ ਦੇਖਦੇ ਆ ਕਿ ਆ ਗੁਰਪੁਰਬ ਹੋਣਾ ਆ, ਕਿੰਨੇ ਲੱਖਾਂ ਰੁਪਈਆ ਦੇ ਕੇ ਕਲਾਕਾਰਾਂ ਨੂੰ ਸੱਦਿਆ ਜਾਂਦਾ, ਪਰ ਜੇ ਉਹਨਾਂ ਵਿੱਚੋਂ ਅੱਧਾ ਹੀ ਹਿੱਸਾ ਵੀ ਕਿਸੇ ਖਿਡਾਰੀ ਨੂੰ ਜਾਂ ਕਿਸੇ ਜੋ ਬਹੁਤ ਵਧੀਆ ਕਹਿੰਦਾ ਸਟੂਡੈਂਟ ਆ ਉਹਦੇ ਤੇ ਲਗਾਤਾ ਜਾਵੇ ਤਾਂ ਫਿਰ ਤੁਸੀਂ ਤੁਸੀਂ ਦੱਸੋ ਕਿ ਗੁਰੂ ਮਹਾਰਾਜ ਇਸ ਚੀਜ਼ ਨਾਲ ਖੁਸ਼ ਹੋਣਗੇ ਜਾਂ ਉਹਦਾ ਸ਼ੋਰ ਸ਼ਰਾਬੇ ਨਾਲ ਖੁਸ਼ ਹੋਣਗੇ। ਇਹ ਸੰਗਤ ਖੁਦ ਕਹਿ ਦੋ ਪੜ੍ਹੀ ਲਿਖੀ ਸਮਝਦਾਰ, ਉਹ ਸਮਝ ਸਕਦੀ ਮੇਰੇ ਇਹਨਾਂ ਤੱਥਾਂ ਨੂੰ। ਹਾਂਜੀ ਬਿਲਕੁਲ। ਪ੍ਰਿਆ ਜੀ, ਤੁਹਾਡਾ ਜਨਮ ਸਥਾਨ ਕਿੱਥੋਂ ਦਾ ਹੈਗਾ? ਮੈਂ ਇੱਥੇ ਬੂਟਾ ਮੰਡੀ ਦੀ ਹੀ ਬੂਟਾ ਮੰਡੀ 'ਚ ਹੀ ਪੈਦਾ ਹੋਈ ਹਾਂ, ਇਹ ਮੇਰੀ ਮਾਤ ਭੂਮੀ ਆ ਤੇ ਇਹਨੂੰ ਹੀ ਮੈਂ ਅੱਗੇ ਸਿਖਰਾਂ ਤੱਕ ਲਿਜਾਣਾ ਆ। ਠੀਕ ਹੈ। ਹਾਂਜੀ, ਇਹ ਜਿਵੇਂ ਜਾਣਕਾਰੀ ਮਿਲੀ ਕਿ ਤੁਸੀਂ ਮੈਰਿਡ ਹੋ, ਤੁਹਾਡੇ ਹਸਬੈਂਡ ਦਾ ਪਰਿਵਾਰ ਰੋਕਦਾ ਤੇ ਨਹੀਂ ਹੈਗਾ? ਨਹੀਂ, ਮੇਰੇ ਹਸਬੈਂਡ ਜਿਹੜੇ ਆ ਉਹ ਬਹੁਤ ਓਪਨ ਮਾਈਂਡ ਦੇ ਕਹਿ ਦੋ ਇਨਸਾਨ ਆ। ਉਹ ਮੈਨੂੰ ਉਹਨਾਂ ਨੇ ਇੱਕ ਹੀ ਗੱਲ ਕੰਪਲੀਟ ਕੀਤੀ ਸੀਗੀ ਕਿ ਵੀ ਤੂੰ ਜੋ ਵੀ ਜ਼ਿੰਦਗੀ 'ਚ ਮੇਰੇ ਅੱਗੇ ਡਿਮਾਂਡ ਰੱਖੇਂਗੀ ਨਾ ਉਹ ਤੇਰੀ ਪੂਰੀ ਹੋਊਗੀ, ਪਰ ਤੂੰ ਮੈਨੂੰ ਵੱਧ ਤੋਂ ਵੱਧ ਪੜ੍ਹ ਕੇ ਦਿਖਾ ਕੁਛ ਕਰਕੇ ਦਿਖਾ। ਹਾਂਜੀ, ਮੈਨੂੰ ਕੁਛ ਕਰਕੇ ਦਿਖਾ ਵੀ ਚਾਹੇ ਮੈਂ ਜਿੱਦਾਂ ਮਰਜ਼ੀ ਤੈਨੂੰ ਕਰਾਵਾਂ ਹਨਾ। ਸੋ ਫਿਰ ਜਦ ਇੰਨਾ ਸਹਿਯੋਗ ਮਿਲਦਾ ਹੋਵੇ, ਫਿਰ ਮੇਰੇ ਸਹੁਰਾ ਸਾਹਿਬ ਉਹ ਵੀ ਮੇਰਾ ਬਹੁਤ ਸਹਿਯੋਗ ਕਰਦੇ, ਉਹ ਵੀ ਕਹਿੰਦੇ ਕਿ ਵੀ ਅਸੀਂ ਤੇਰੇ ਨਾਲ ਆ, ਤੂੰ ਕਰ, ਤੂੰ ਜੋ ਵੀ ਕਰਨਾ ਤੂੰ ਕਰ ਨਾ। ਫਿਰ ਇੰਨਾ ਸਹਿਯੋਗ ਮਿਲਣ ਦੇ ਬਾਵਜੂਦ ਮੈਂ ਨਾ ਕਰਾਂ, ਫਿਰ ਉਹ ਗਲਤ ਗੱਲ ਆ। ਸੋ ਲੋਕੀ ਕਹਿੰਦੇ ਕਿ ਪੱਥਰਾਂ 'ਚੋਂ ਰੱਬ ਮਿਲਦਾ, ਮੈਨੂੰ ਐਕਚੁਅਲ ਦੇ ਵਿੱਚ ਉਹ ਪਹਾੜਾਂ ਦੇ ਕਹਿੰਦੇ ਪੱਥਰਾਂ ਦੇ ਪਹਾੜਾਂ ਦੇ ਵਿੱਚੋਂ ਕੁਦਰਤ ਨੇ ਮੈਨੂੰ ਇੰਨਾ ਕੁਛ ਦੇਤਾ ਕਿ ਮੇਰਾ ਇੰਨੀ ਕੁ ਸਮਾਜ ਦੇ ਵਿੱਚ ਮੈਨੂੰ ਇੱਜ਼ਤ ਮਾਣ ਸਤਿਕਾਰ ਮਿਲਿਆ ਕਿ ਮੇਰਾ ਪੂਰਾ ਜੀਵਨ ਜਿਹੜਾ ਉਹਦੇ ਵਿੱਚ ਨਿਰਵਾਹ ਹੋ ਸਕਦਾ ਆ। ਵਾਹ ਜੀ ਵਾਹ, ਵਾਹ ਜੀ। ਅਸਲ ਵਿੱਚ ਕੁਦਰਤ ਹੀ ਰੱਬ ਹੈ, ਨੇਚਰ ਹੀ ਗੋਡ ਹੈ। ਕੁਦਰਤ ਹੀ ਰੱਬ ਆ, ਪਰ ਲੋਕੀ ਇਹ ਸਮਝਦੇ ਕਿ ਖਰਿਆ ਕੋਈ ਦੇਵੀ ਸ਼ਕਤੀ ਆ, ਇਹ ਡਰਾਇਆ ਜਾਂਦਾ ਆ, ਡਰ ਆ। ਪਰ ਜੇ ਤੁਸੀਂ ਰੋਮਾਨੀਆਂ ਦੇ ਉਹਨਾਂ ਨੂੰ ਲੇਖਕਾਂ ਨੂੰ ਪੜ੍ਹਦੇ ਆ ਜਾਂ ਤੁਸੀਂ ਜਿੱਦਾਂ ਕਹਿ ਦੋ ਸਟੀਫਨ ਹਾਕਿੰਗ ਵਰਗੇ ਸਾਇੰਟਿਸਟਾਂ ਨੂੰ ਪੜ੍ਹਦੇ ਆ, ਉਹਨਾਂ ਨੇ ਇਹੀ ਗੱਲ ਕੀਤੀ ਹੈ, ਤਰਕ ਦੇ ਆਧਾਰ ਤੇ ਕੀਤੀ, ਕਿਸੇ ਨੂੰ ਸੁਣ ਕੇ ਜਾਂ ਕਿਸੇ ਦੀ ਗੱਲਾਂ ਚ ਆ ਕੇ ਹਵਾਈ ਗੱਲਾਂ ਨਹੀਂ ਕੀਤੀਆਂ। ਉਹਨਾਂ ਨੇ ਇਹੀ ਕਿਹਾ ਵੀ ਜਿਹੜਾ ਸਾਬਤ ਕਰ ਦੇਵੇ ਰੱਬ ਹੈਗਾ ਆ, ਵੀ ਅਸੀਂ ਉਹਨੂੰ ਆਪਣਾ ਸਾਰਾ ਕੁਝ ਜੋ ਵੀ ਉਪਲਬਧੀਆਂ ਦਵਾਂਗੇ। ਉਹਨਾਂ ਨੇ ਇਹੀ ਸਾਬਤ ਕੀਤਾ ਵੀ ਕੁਦਰਤ ਜਿਹੜੀ ਆ ਉਹੀ ਰੱਬ ਆ, ਉਹੀ ਰੱਬ ਹੈ। ਹਾਂ, ਕੁਦਰਤ ਇਹ ਬਦਲਦੀ ਹੈ, ਇਹੀ ਤੁਹਾਨੂੰ ਦੇ ਦੀ ਜੋ ਜਿੱਦਾਂ ਹੁਣ ਤੁਸੀਂ ਬੋਲ ਲੈ ਕੇ ਉੱਪਰ ਨੂੰ ਅਸਮਾਨ ਤੇ ਸਿੱਟਦੇ, ਉਹ ਤੁਹਾਡੇ ਵੱਲ ਹੀ ਹੋਣੀ, ਇੱਧਰ ਉੱਧਰ ਨਹੀਂ ਜਾਣੀ। ਬਿਲਕੁਲ। ਸੋ ਲੋਕੀ ਵਹਿਮਾਂ ਚ ਜ਼ਿਆਦਾ ਪਏ ਹੋਏ ਆ ਤੇ ਗੁਰੂ ਰਵਿਦਾਸ ਇਹ ਤਾਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਵੀ ਕਲੀਅਰ ਕਰਤੀ, ਤੂੰ ਹੀ ਮੋਹੀ ਅੰਤਰ ਕੈਸਾ। ਹਾਂ ਬਿਲਕੁਲ, ਉਹਨੇ ਕੁਦਰਤ ਦੇ ਵਿੱਚ, ਅਸੀਂ ਕੁਦਰਤ ਦਾ ਹਿੱਸਾ ਆ, ਕੁਦਰਤ ਹੀ ਰੱਬ ਹੈ। ਹਾਂਜੀ, ਅਵਲ ਅੱਲਾ ਨੂਰ ਪਾਇਆ, ਕੁਦਰਤ ਕੇ ਸਭ ਬੰਦੇ, ਨਾ ਕਿ ਰੱਬ ਦੇ ਸਭ ਬੰਦੇ। ਕੁਦਰਤ ਨੂੰ ਮਹਾਨ ਕਿਹਾ ਗਿਆ ਆ। ਸੋ ਨੇਚਰ ਹੀ ਗੋਡ ਹੈ, ਨੇਚਰ ਹੀ ਗੋਡ ਹੈ। ਹਾਂਜੀ, ਠੀਕ ਹੈ ਪ੍ਰਿਆ ਜੀ, ਥੈਂਕ ਯੂ, ਤੁਹਾਡਾ ਬਹੁਤ ਧੰਨਵਾਦ ਜੀ। ਜੈ ਭੀਮ, ਜੈ ਭਾਰਤ, ਜੈ ਗੁਰਦੇਵ। ਸਰ ਜੀ, ਕੀ ਕਹਿਣਾ ਚਾਹੋਗੇ ਜਿਵੇਂ ਆਪ ਜੀ ਦੇ ਇਸ ਪਿੰਡ ਤੋਂ, ਸ਼ਹਿਰ ਤੋਂ ਪ੍ਰਿਆ ਅੰਬੇਡਕਰ ਜੀ ਸਮਾਜ ਦਾ ਨਾਮ ਰੋਸ਼ਨ ਕਰ ਰਹੀ ਹੈ, ਕੀ ਕਹਿਣਾ ਚਾਹੋਗੇ ਤੁਸੀਂ? ਜੈ ਭੀਮ ਜੀ, ਜੈ ਭਾਰਤ ਜੀ। ਅਸੀਂ ਇਹੋ ਚਾਹੁੰਦੇ ਹਾਂ ਕਿ ਇਦਾਂ ਦੀ ਬੇਟੀ ਹਰ ਇੱਕ ਦੇ ਘਰ ਇੱਕ ਜ਼ਰੂਰ ਪੈਦਾ ਹੋਣੀ ਚਾਹੀਦੀ ਹੈ। ਜਿਹੋ ਜਿਹੀ ਮੇਰੀ ਤੀਵੀਂ ਆ, ਇਹੋ ਜਿਹੀ ਹਰ ਘਰ ਦੇ ਵਿੱਚ ਇੱਕ ਤੀਵੀਂ ਜ਼ਰੂਰ ਚਾਹੀਦੀ ਹੈ। ਅਸੀਂ ਇਹ ਕਹਿਣਾ ਚਾਹੁੰਦੇ ਹਾਂ।
ਇਹ ਸੇਵਾ ਕਰਦੀ ਆ। ਮੇਰੀਆਂ ਵੀ ਫੋਟੋਆਂ ਨੇ ਖਿੱਚ ਕੇ ਬਹੁਤ ਬਾਹਰ ਭੇਜੀਆਂ। ਅੱਛਾ ਹਾਂਜੀ ਠੀਕ ਹੈ ਠੀਕ ਹੈ। ਮੈਨੂੰ ਹੁਣ ਜਿਹੜੇ ਬੰਦੇ ਬਾਹਰੋਂ ਆਉਂਦੇ ਆ ਤੇ ਕਹਿੰਦੇ ਵੀ ਬੜੀਆਂ ਤੇਰੀਆਂ ਫੋਟੋਆਂ ਟੀਵੀ ਤੇ ਚੱਲਦੀਆਂ। ਅੱਛਾ ਅੱਛਾ। ਮੈਂ ਕਿਹਾ ਵੀ ਖਰੀ ਗੱਲ ਇਹ ਚੱਲਣੀਆਂ ਚਾਹੀਦੀਆਂ। ਕਿੰਨਾ ਕੁ ਮਾਣ ਮਹਿਸੂਸ ਹੋ ਰਿਹਾ ਅੱਜ ਸਮਾਜ ਨੂੰ ਪ੍ਰਿਆ ਅੰਬੇਡਕਰ ਤੇ? ਮੈਨੂੰ ਬਹੁਤ ਜ਼ਿਆਦਾ ਮਾਣ ਹੈ ਜੀ। ਮੇਰੀ ਪੋਤੀ ਜਗਦੀ ਹੈ। ਠੀਕ ਹੈ। ਮੈਨੂੰ ਬਹੁਤ ਜ਼ਿਆਦਾ ਮਾਣ ਹੈ। ਹਾਂ ਤੇ ਅੱਜ ਸਾਡੇ ਰਹਿਬਰਾਂ ਦੀ ਬਦੌਲਤ, ਗੁਰੂ ਸਾਹਿਬਾਨ ਦੀ ਬਦੌਲਤ ਅੱਜ ਸਮਾਜ ਤਰੱਕੀਆਂ ਕਰ ਰਿਹਾ। ਹਾਂਜੀ ਤੇ ਸਾਡੇ ਬੱਚੇ ਵੀ ਉਹ ਪਲਾਂਘਾ ਪੁੱਟ ਰਹੇ ਨੇ, ਉਹ ਵੀ ਸਰ ਕਰ ਰਹੇ ਕਰਦੇ ਨੇ। ਆ ਜੀ। ਜੀ ਜੀ ਹਾਂ ਉਹ ਵੀ ਤਰੱਕੀਆਂ ਕਰ ਰਹੇ ਆ, ਸਾਡੇ ਬੱਚੇ ਵੀ ਤਰੱਕੀਆਂ ਕਰਦੇ ਆ। ਹਾਂਜੀ ਕਿੰਨੀ ਕੁ ਖੁਸ਼ੀ ਹੋ ਰਹੀ ਹੈ ਅੱਜ? ਬਹੁਤ ਜ਼ਿਆਦਾ ਖੁਸ਼ੀ ਹੈ ਜੀ ਸਾਨੂੰ। ਕੀ ਅਸ਼ੀਰਵਾਦ ਦੇਣਾ ਚਾਹੋਗੇ? ਅਸੀਂ ਅਸ਼ੀਰਵਾਦ ਦਿੰਦੇ ਹਾਂ ਵੀ ਇਦਾਂ ਦੀ ਹਰ ਇੱਕ ਘਰ ਦੇ ਵਿੱਚ ਇੱਕ ਲੜਕੀ ਪੈਦਾ ਹੋਣੀ ਚਾਹੀਦੀ ਵਾਹ ਹੈ ਤੇ ਜਿਹੜਾ ਕਿ ਅੰਬੇਡਕਰ ਦਾ ਪ੍ਰਚਾਰ ਕਰੇ, ਵਾਹ ਵਾਹਿਗੁਰੂ ਦਾ ਪ੍ਰਚਾਰ ਕਰੇ। ਹਾਂ ਇਦਾਂ ਦਾ ਜ਼ਰੂਰ ਇੱਕ ਬੱਚਾ ਚਾਹੀਦਾ ਹਰ ਘਰ ਦੇ ਵਿੱਚ। ਜੈ ਭੀਮ ਤਾਂ ਸਾਰੇ ਹੀ ਕਹਿੰਦੇ ਨੇ, ਪਰ ਹਾਂਜੀ ਆਪਣੇ ਵਿੱਚ ਕਲਾ, ਆਪਣੇ ਵਿੱਚ ਕੁਆਲਿਟੀ ਲੈ ਕੇ ਬਾਬਾ ਸਾਹਿਬ ਦਾ ਨਾਮ ਰੋਸ਼ਨ ਕਰਨਾ ਉਹ ਕਿਸੇ ਕਿਸੇ ਦੇ ਹਿੱਸੇ ਆਉਂਦਾ। ਕੋਈ ਕੋਈ ਯਤਨ ਕਰਦਾ, ਕੋਈ ਕਰਦਾ ਜੀ, ਜਿਵੇਂ ਪ੍ਰਿਆ ਕਰ ਰਹੀ ਹੈ। ਹਾਂਜੀ ਹਾਂਜੀ। ਹੋਰ ਕੀ ਕਹਿਣਾ ਚਾਹੋਗੇ ਤੁਸੀਂ? ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਇਹੋ ਇਦਾਂ ਦੀ ਲੜਕੀ ਉੱਤੇ ਤੇ ਉੱਤੇ ਜਾਵੇ। ਵਾਹ, ਸ਼ੁਭ ਕਾਮਨਾ ਮਨਾਉਂਦੇ ਸ਼ੁਭ ਕਾਮਨਾ ਮਨਾਉਂਦੇ ਅਸੀਂ ਇਹਨਾਂ ਉਹਦਾ ਵੀ 골ਡ ਮੈਡਲ ਲਿਆ ਹੈ। ਠੀਕ ਹੈ ਹਾਂਜੀ ਠੀਕ ਹੈ। ਠੀਕ ਹੈ ਜੀ, ਧੰਨਵਾਦ ਜੀ। ਜੈ ਗੁਰਦੇਵ ਜੀ। ਧੰਨਵਾਦ।